ਇਸ ਤਰ੍ਹਾਂ ਦੀਆਂ ਧਾਰਮਿਕ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ। ਅਰਦਾਸ ਸਾਧ ਸੰਗਤ ਜੀ, ਅਰਦਾਸ ਕੀਤੀ ਤਾਂ ਪੂਰੀ ਹੋ ਸਕਦੀ ਜੇ ਅੰਮ੍ਰਿਤਧਾਰੀ ਸਿੰਘ ਰਹਿਣੀ ਵਾਲਾ ਕਰੇ ਤੇ ਸ਼ੁੱਧ ਅਰਦਾਸ ਕਰੇ। ਕਈ ਗਲਤ ਤੇ ਅੱਖਰ ਬਦਲ ਕੇ ਆਪਣੀ ਮਰਜ਼ੀ ਨਾਲ ਕਰਦੇ ਨੇ, ਇਹ ਯੋਗ ਨਹੀਂ ਤੇ ਨਾਲੇ ਅਰਦਾਸ ਪੂਰੀ ਨਹੀਂ ਹੁੰਦੀ। ਜੋ ਅੱਖਰ ਮਹਾਰਾਜ ਨੇ ਉਚਾਰੇ ਹਨ ਉਹ ਉਸੇ ਤਰ੍ਹਾਂ ਹੀ ਬੋਲਣੇ ਚਾਹੀਦੇ ਤੇ ਬਾਕੀ ਦੇ ਵੀ ਗੁਰਮਤਿ ਅਨੁਸਾਰ ਬੋਲਣੇ ਚਾਹੀਦੇ ਹਨ ਤੇ ਹੱਥ ਜੋੜ ਕੇ ਅਰਦਾਸ ਵਿੱਚ ਖਲੋਣਾ ਚਾਹੀਦਾ ਹੈ। ਚੰਡੀ ਦੀ ਵਾਰ ਵਿੱਚ ਪਹਿਲੀ ਪੌੜੀ 10ਵੇਂ ਪਾਤਸ਼ਾਹ ਨੇ ਜਿਹੜੀ ਉਚਾਰਨ ਕੀਤੀ ਹੈ ਤੋ ਗਲ ਵਿੱਚ ਪੱਲਾ ਪਾ ਕੇ ਇਸ ਪ੍ਰਕਾਰ ਕਰਨੀ ਹੈ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸੋ ਇਹ ਜਦੋਂ ਪੁਰਾਣੇ ਸਰੂਪਾਂ ਦੇ ਵਿੱਚ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਪਾਠ ਆਉਂਦਾ ਸੀ, ਹੌਲੀ ਹੌਲੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਇਕੱਲਾ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਉਂਦਾ ਸੀ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ ਇਹ ਵਿਚਾਰਨਯੋਗ ਚੀਜ਼ ਹੈ। ਪ੍ਰਿਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰ ਨਾਉ ਨਿਦਾਵੈ, ਧਾਏ ਸਭ ਤਾਈ ਹੋਏ ਸਹਾਏ। ਕਈ ਸ੍ਰੀ ਭਗਵਤੀ ਨਹੀਂ ਪੜ੍ਹਦੇ, ਕਈ ਇਸ ਦੀ ਬਜਾਏ ਕੁਝ ਹੋਰ ਪੜ੍ਹਦੇ ਨੇ, ਕਈ ਵਿੱਚ ਪੌੜੀ ਪੜ੍ਹਦੇ ਨੇ, ਕਈ ਨੌਵੇਂ ਪਾਤਸ਼ਾਹ ਹਿੰਦੀ ਚਾਦਰਾਤ ਪੜ੍ਹ ਜਾਂਦੇ ਨੇ। ਇਹ ਠੀਕ ਨਹੀਂ, ਸਗੋਂ ਪਾਪ ਹੈ, ਕਿਉਂਕਿ 10ਵੇਂ ਪਾਤਸ਼ਾਹ ਦੀ ਸ਼੍ਰੀ ਮੁੱਖ ਵਾਕ ਬਾਣੀ ਜਿਵੇਂ ਉਚਾਰੀ ਇਸੇ ਤਰ੍ਹਾਂ ਹੀ ਪੜ੍ਹਨੀ ਚਾਹੀਦੀ ਆ, ਤਾਂ ਹੀ ਅਰਦਾਸ ਪੂਰੀ ਹੋਵੇਗੀ। ਸੋ ਇੱਕ ਜਗ੍ਹਾ ਇੱਕ ਵਾਰ ਕੀਰਤਨ ਕਰਨ ਗਏ, ਬੜੀ ਪੁਰਾਣੀ ਗੱਲ ਹੈ, ਉੱਥੇ ਉਹਨਾਂ ਨੇ ਕਿਹਾ ਸੀ ਸੋ ਜਿਵੇਂ ਇੱਥੇ ਬਚਨ ਆਇਆ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ। ਸੋ ਉਹਨਾਂ ਨੇ ਸ੍ਰੀ ਭਗਵਤੀ ਜਗ੍ਹਾ ਦੇ ਉੱਤੇ ਆਪਦੇ ਕਿਸੇ ਵੱਡੇ ਵਡੇਰੇ ਦਾ ਨਾਂ ਲਿਆ ਸੀ, ਉਹ ਸਹਾਏ ਹੋਣ। ਸੋ ਇਸ ਕਰਕੇ ਬਹੁਤ ਸਾਰੇ ਲੋਕ ਇਹੀਆਂ ਜਿਹੀਆਂ ਗਲਤੀਆਂ ਵੀ ਕਰਦੇ ਆ। ਉਹਨਾਂ ਨੂੰ ਇਸ ਗੱਲ ਦੀ ਤਕਲੀਫ ਕਾਫੀ ਹੋਵੇਗੀ, ਮਾਰ ਵੀ ਪੈਣੀ ਹੈ, ਕਿਉਂਕਿ ਧਰਮ ਰਾਜੇ ਕੋਲ ਜਾਣਾ ਹੀ ਪੈਣਾ ਜੇ ਕੋਈ ਗਲਤੀ ਕਰੂਗਾ। ਜੇ ਕੋਈ ਗੁਰੂ ਗ੍ਰੰਥ ਸਾਹਿਬ 'ਚ ਕਟਾ ਵੱਢੀ ਕਰੂਗਾ, ਜੇ ਬਾਣੀ ਕਰਦਾ, ਮਤਾ ਆਖੇ ਮੈਨੂੰ ਬੜੇ ਪਿਆਰ ਨਾਲ ਪਤਾ ਨਹੀਂ ਬਿਮਾਨ ਲੈਣ ਆਉਣਗੇ ਸੱਚਖੰਡ ਵਾਸਤੇ, ਉਹਨੂੰ ਨਹੀਂ ਲੈਣ ਆਉਂਦੇ। ਇਹ ਬਿਲਕੁਲ ਨਿਸ਼ਚੇ ਵਾਲੀ ਗੱਲ ਕਰਦਾ ਮੈਂ। ਬਾਣੀ ਅੰਦਰ ਕਟਾ ਵੱਢੀ ਕਰਨੀ ਜਾਂ ਗਲਤ ਅੱਖਰ ਪੜ੍ਹਨੇ ਜਾਂ ਹੋਰ ਪ੍ਰਕਾਰ ਦੀਆਂ ਗੱਲਾਂ ਕਰਨੀਆਂ, ਉਹਨੂੰ ਪੁੱਛਣਾ ਹੈ ਧਰਮ ਰਾਜ ਨੇ ਸੱਦ ਕੇ ਵੀ ਤੂੰ ਕੀ ਅਧਿਕਾਰ ਰੱਖਦਾ ਇਸ ਗੱਲ ਦਾ, ਤੂੰ ਕੌਣ ਹੈ, ਤੈਨੂੰ ਕਿਹਨੇ ਥਾਪਿਆ ਇਸ ਗੱਲ ਵਾਸਤੇ। ਇਸ ਤੋਂ ਅੱਗੇ ਪੂਰਨ ਸਤਿਕਾਰ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਣਾ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਲਵੇ, ਫਿਰ 5 ਪਿਆਰੇ 4 ਸਾਹਿਬਜ਼ਾਦੇ 40 ਮੁਕਤੇ, ਸਮੂਹ ਸ਼ਹੀਦਾਂ ਸਿੰਘਾਂ ਦੀ ਕਮਾਈ ਦੀ ਬਰਕਤ, ਫਿਰ ਸਮੂਹ ਗੁਰਦੁਆਰੇ ਤਖਤਾਂ ਧਾਮਾਂ ਨਿਸ਼ਾਨਾਂ ਆਦਿ ਦੇ ਨਾਮ, ਫਿਰ ਵਾਹਿਗੁਰੂ ਸਿਮਰਨ ਬਾਬਤ ਤੇ ਰੱਖਿਆ ਲਈ ਦੇਗ ਤੇਗ ਫਤਿਹ, ਪੰਥ ਕੀ ਜੀਤ, ਫਿਰ ਸਿੱਖੀ ਸਿਦਕ ਭਰੋਸਾ ਨਾਮ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਆਦਿਕ ਲਈ, ਫਿਰ ਗੁਣਾਂ ਦੀ ਪ੍ਰਾਪਤੀ ਲਈ ਅਤੇ ਔਗੁਣਾਂ ਦੇ ਤਿਆਗ ਲਈ ਬੇਨਤੀ ਕਰਨੀ, ਫਿਰ ਜਿਸ ਕਾਰਨ ਲਈ ਅਰਦਾਸ ਕਰਨੀ ਆ ਉਸਦਾ ਨਾਮ ਲੈ ਕੇ ਬੇਨਤੀ ਕਰਨੀ। ਅੰਤ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਫਿਰ ਪ੍ਰੇਮ ਨਾਲ ਮੱਥਾ ਟੇਕਣਾ, ਫਿਰ ਉੱਠ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਿਰ ਦੋਹਰੇ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਿਓ ਚਾਹੇ ਕੋ ਸ਼ਬਦ ਮੈਂ ਲੈ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਅੱਗੇ ਜਿੰਨਾ ਵੀ ਕੋਈ ਕਿਸੇ ਦੀ ਸ਼ਰਧਾ। ਸੋ ਇਸ ਤਰੀਕੇ ਨਾਲ ਸਾਰਿਆਂ ਨੇ ਇਹ ਧਿਆਨ ਦੇਣਾ ਕਿ ਪਹਿਲਾਂ ਸਾਰੀ ਚੀਜ਼ ਸਿੱਖਣੀ ਚਾਹੀਦੀ ਹੈ, ਕਿਸੇ ਗੁਰਮੁਖ ਪਾਸੋਂ ਵੀ ਸਿੱਖਣੀ ਚਾਹੀਦੀ ਹੈ। ਦੇਖਣਾ ਚਾਹੀਦਾ ਕਿ ਅਰਦਾਸ ਦੇ ਅੱਖਰ ਕਿਸ ਪ੍ਰਕਾਰ ਦੇ ਨਾਲ ਬੋਲੇ ਜਾਂਦੇ ਨੇ। ਇਹ 3 ਸ਼੍ਰੀ ਮੁੱਖ ਵਾਕ ਪਾਤਸ਼ਾਹੀ 10ਵੀਂ ਜੀ ਦੇ ਹਨ ਅਤੇ ਬਾਕੀ ਦੇ ਦੋਹਰੇ ਗਿਆਨੀ ਗਿਆਨ ਸਿੰਘ ਆਦਿਕ ਦੇ ਹਨ। ਤਾਂ ਇਸ ਤਰ੍ਹਾਂ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਬੁਲਾਉਣਾ ਹੈ। ਨੋਟ ਕਹਿੰਦੇ ਅਰਦਾਸ ਕਰਨ ਲੱਗਿਆਂ ਤਾਬਿਆਂ ਵਾਲੇ ਗ੍ਰੰਥੀ ਸਿੰਘ ਰਾਗੀ ਸਿੰਘ ਭਾਵ ਸੰਗਤ ਨੇ ਹਜ਼ੂਰੀ ਵਿੱਚ ਅਦਬ ਨਾਲ ਭਾਵਨਾ ਸਤਿਕਾਰ ਨਾਲ ਮਨ ਇਕਾਗਰ ਗਲਾਂ ਵਿੱਚ ਪਰਨੇ ਪਾ ਕੇ ਦੋਵੇਂ ਹੱਥ ਚੰਗੀ ਤਰ੍ਹਾਂ ਜੋੜ ਕੇ ਉਂਗਲਾਂ ਸਿੱਧੀਆਂ ਰੱਖ ਕੇ ਸਿਰ ਨਿਵਾ ਕੇ ਦੋਹਾਂ ਲੱਤਾਂ 'ਤੇ ਇੱਕੋ ਜਿਹਾ ਭਾਰ ਹੋਵੇ, ਸਾਵਧਾਨ ਹੋ ਕੇ ਬੇਨਤੀ ਅਰਦਾਸ ਕਰਨੀ ਅਤੇ ਸੁਣਨੀ। ਅਤੇ ਅਰਦਾਸੀਆ ਸਿੰਘ ਵੀ ਰਹਿਤ ਵਾਲਾ ਇਸੇ ਤਰ੍ਹਾਂ ਹਜ਼ੂਰੀ ਵਿੱਚ ਸਾਹਮਣੇ ਖੜੋ ਕੇ ਮਨ ਇਕਾਗਰ ਕਰਕੇ ਅਰਦਾਸ ਕਰੇ। ਜਦੋਂ ਪਹਿਲੀ ਪਾਤਸ਼ਾਹੀ ਨਾਂ ਲਵੇ ਅਤੇ ਦੂਜੀ ਪਾਤਸ਼ਾਹੀ ਆਦਿ ਨਾਮ ਲਵੇ, ਉਸੇ ਸਤਿਗੁਰਾਂ ਦਾ ਨਾਲ ਨਾਲ ਧਿਆਨ ਵੀ ਕਰੇ। ਭਾਵਨਾ ਕਰੇ ਕਿ ਮਹਾਰਾਜ ਸਾਹਿਬ ਜੀ ਪ੍ਰਤੱਖ ਅਰਦਾਸ ਬੇਨਤੀ ਆਪ ਸੁਣ ਰਹੇ ਨੇ। ਅਰਦਾਸ ਬਾਹਲੀ ਲੰਮੀ ਨਹੀਂ ਹੋਣੀ ਚਾਹੀਦੀ, ਸੰਕੋਚਵੇਂ ਢੁਕਵੇਂ ਨਿਮਰਤਾ ਸ਼ਰਧਾ ਭਰੇ ਅੱਖਰ ਹੋਣ। ਮੱਥਾ ਟੇਕਣਾ, ਜਦੋਂ ਮੱਥਾ ਟੇਕੇ ਸ਼ਰਧਾ ਅਤੇ ਪ੍ਰੇਮ ਨਾਲ ਟੇਕੇ, ਸਤਿਗੁਰਾਂ ਨੂੰ ਪ੍ਰਤੱਖ ਸਮਝ ਕੇ ਮੱਥਾ ਧਰਤੀ ਦੇ ਉੱਤੇ ਲੱਗ ਜਾਵੇ ਅਤੇ ਦੋਵਾਂ ਹੱਥਾਂ ਦੀਆਂ ਤਲੀਆਂ ਹੇਠਾਂ ਨੂੰ ਕਰਕੇ ਆਪਣੇ ਸਿਰ ਦੇ ਦੋਹੀਂ ਪਾਸੇ ਧਰਤੀ 'ਤੇ ਰੱਖੇ। ਭਾਵਨਾ ਇਹ ਹੋਵੇ ਕਿ ਮੇਰਾ ਮੱਥਾ ਸਤਿਗੁਰਾਂ ਦੇ ਚਰਨ ਕਮਲਾਂ 'ਤੇ ਹੈ, ਕਿ ਦੋਵੇਂ ਹੱਥ ਵੀ ਚਰਨਾਂ 'ਤੇ ਰੱਖੇ।
ਇਸ ਤਰ੍ਹਾਂ ਮੱਥਾ ਟੇਕਣ ਨਾਲ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ। ਜਿਵੇਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ ਅਤੇ ਸਿਆਹੀ ਲਾ ਕੇ ਕਾਗਜ਼ 'ਤੇ ਲਾਉਣ ਕਰਕੇ ਸਿੱਧੇ ਹੋ ਜਾਂਦੇ ਨੇ, ਇਵੇਂ ਸਾਡੇ ਪਾਪ ਮਿਟ ਕੇ ਪੁੰਨ ਮਿਲਦੇ ਹਨ, ਦੁੱਖ ਮਿਟ ਕੇ ਸੁੱਖ ਮਿਲਦੇ ਹਨ। ਪਾਤਸ਼ਾਹੀ 10ਵੀਂ ਦਾ ਹੁਕਮ ਹੈ। ਅਤੇ ਜਿਹੜੇ ਅਰਦਾਸ ਕਰਨ ਵਕਤ ਅੰਜਲੀ ਹੁੰਦਾ ਬੁੱਕ ਜਿਹਾ ਬਣਾ ਲੈਂਦੇ ਨੇ, ਝੋਲੀ ਅੜਦੇ ਨੇ ਜਾਂ ਮੱਥਾ ਟੇਕਣ ਲੱਗਿਆਂ ਉੱਪਰ ਨੂੰ ਤਲੀਆਂ ਕਰਦੇ ਨੇ, ਉਹਨਾਂ ਨੂੰ ਬਹੁਤ ਘੱਟ ਲਾਭ ਪ੍ਰਾਪਤ ਹੁੰਦਾ ਹੈ। ਤਾਂ ਇਸ ਪ੍ਰਕਾਰ ਨਾਲ ਇਹ ਆਪਾਂ ਅਰਦਾਸ ਦੇ ਬਾਬਤ ਹੁਕਮਨਾਮਾ ਪ੍ਰਕਾਸ਼ ਆਦਿ ਕਰਨਾ ਸਾਰੀ ਮਰਿਆਦਾ ਸਿੱਖੀ ਹੈ। ਨਾਲ ਨਾਲ ਕੋਸ਼ਿਸ਼ ਕਰਾਂਗੇ ਕਿ ਦਿਖਾਈ ਵੀ ਜਾਵੇ ਸਾਰੀ ਮਰਿਆਦਾ ਕਿਸ ਪ੍ਰਕਾਰ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਪ੍ਰਕਾਸ਼ ਕਰਨ ਦੀ ਵਿਧੀ ਢੰਗ ਤਰੀਕੇ। ਤੋਂ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਆਪਣੇ